आए प्रभ शरणागति कृपा निध दयाल। एक अखर हर मन बस्त। नानक होत निहाल। सन्मानयोग गुरु प्यारी साध संगत जी, ਵੱਡੇ ਭਾਗਾਂ ਦੇ ਨਾਲ ਗੁਰੂ ਜੀ ਕੇ ਸੋਹਣੇ ਚਰਨਾਂ ਦੇ ਵਿੱਚ ਸਜਣ ਦਾ ਕੀਮਤੀ ਸਮਾਂ ਸਾਨੂੰ ਪ੍ਰਾਪਤ ਹੋਇਆ ਹੈ। ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਜੀ। ਗੁਰਬਾਣੀ ਦੀ ਵਿਚਾਰ ਨੂੰ ਆਰੰਭ ਕਰੀਏ। ਉਸ ਤੋਂ ਪ੍ਰਥਮ ਪਿਆਰ, ਅਦਬ ਅਤੇ ਸਤਿਕਾਰ ਦੇ ਨਾਲ ਆਖਣਾ ਕਰੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਾਵਨ ਪਵਿੱਤਰ ਬਚਨ ਹੈ, ਇਹ ਜਗਤ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ, ਉਹਨਾਂ ਦੀ ਰਚਨਾ ਤੋਂ ਗਾਇਨ ਕੀਤਾ ਹੋਇਆ ਸ਼ਬਦ ਹੈ, ਜੋ ਕਿ ਰਾਗ ਧਨਾਸਰੀ ਦੇ ਅੰਦਰ 685 ਅੰਗ ਤੋਂ ਆਰੰਭ ਹੋ ਕੇ 686 ਅੰਗ ਤੇ ਇਸ ਦੀ ਜੋ ਸੰਪੂਰਨਤਾ ਹੈ ਹੋ ਜਾਂਦੀ ਹੈ। ਬਾਬਾ ਨਾਨਕ ਜੀ ਇਸ ਸ਼ਬਦ ਦੇ ਅੰਦਰ ਗੁਰੂ ਨੂੰ ਇੱਕ ਸਾਗਰ ਦੇ ਸਮਾਨ ਦੱਸਦੇ ਆ। ਉਹ ਸਮੁੰਦਰ ਜੋ ਕਿ ਰਤਨਾਂ ਦੇ ਨਾਲ ਭਰਿਆ ਹੋਇਆ ਹੈ, ਜਿਸ ਦੇ ਅੰਦਰ ਬਹੁਤ ਸਾਰੇ ਕੀਮਤੀ ਅਨਮੋਲ ਰਤਨ ਨੇ, ਤੇ ਜਿਹੜੇ ਸੰਤ ਜਨ ਆ ਉਹ ਇਸ ਸਰੋਵਰ ਦੇ ਵਿੱਚ ਆ ਕੇ ਉਹਨਾਂ ਨੂੰ ਚੁਗਦੇ ਆ ਤੇ ਉਹਨਾਂ ਨੂੰ ਚੁਗ ਕੇ ਮੋਤੀਆਂ ਨੂੰ ਮਾਣਦੇ ਆ, ਦੂਰੀ ਨਹੀਂ ਰੱਖਦੇ ਸਾਗਰ ਤੋਂ। ਤੇ ਇਸ ਤਰ੍ਹਾਂ ਫਿਰ ਸਰਵਰ ਦਾ ਹੰਸਾਂ ਦਾ ਸਾਗਰ ਨਾਲ ਇੱਕ ਜੀਵਨ ਬਣ ਜਾਂਦਾ ਹੈ। ਪਰ ਉਸ ਨੂੰ ਉਲਟ ਜੋ ਬੱਗ ਆ, ਜਿਹਨੂੰ ਬਗਲਾ ਕਿਹਾ ਜਾਂਦਾ, ਉਹ ਛੱਪੜਾਂ ਦੇ ਵਿੱਚ ਜਾਂਦਾ, ਚਿੱਕੜ ਦੇ ਵਿੱਚ ਡੁੱਬਦਾ। ਇਸ ਕਰਕੇ ਉਹਦੀ ਜਿਹੜੀ ਜੀਵਨ ਦੀ ਕਲਾ ਹੈ ਹੋਰ ਢੰਗ ਆ, ਜੋ ਹੰਸ ਤੋਂ ਬਿਲਕੁਲ ਉਲਟ ਆ। ਸਰਵਰ ਆ ਜਿਹੜੇ ਹੰਸ ਸਰਵਰ ਨੂੰ ਛੱਡ ਕੇ ਨਹੀਂ ਜਾ ਸਕਦਾ, ਪਰ ਉਹ ਜਿਹੜਾ ਹੈ ਬਗਲਾ, ਉਹਦਾ ਜੀਵਨ ਕੁਝ ਹੋਰ ਆ। ਛੱਪੜ ਢੂੰਡੈ ਕਿਆ ਹੋਵੇ, ਚਿੱਕੜ ਡੁੱਬੇ ਹੱਥ, ਉਹਦਾ ਇਹ ਵਾਲਾ ਜੀਵਨ ਆ। ਪਰ ਹੰਸ ਦਾ ਜੀਵਨ ਕੁਝ ਹੋਰ ਆ। ਬਹੁਤ ਤਰ੍ਹਾਂ ਦੇ ਇਨਸਾਨ ਯਤਨ ਕਮਾਉਂਦਾ ਹੈ, ਪਰ ਜੋ ਮਰਨਾ ਹੈ ਉਹ ਲਿਖਾ ਕੇ ਮੰਡਲ ਵਿੱਚ ਆਉਂਦਾ ਹੈ। ਜਨਮ ਪਦਾਰਥ ਜਿਹੜਾ ਦੁਬਦਾ ਕਰਕੇ ਖੋ ਜਾਂਦਾ, ਆਪ ਨੂੰ ਪਛਾਣੇ ਤੋਂ ਬਿਨਾਂ ਬੰਦਾ ਭਰਮਾਂ ਵਿੱਚ ਆ ਕੇ ਰੋਂਦਾ। ਕਹਿ ਤੋ ਪੜ੍ਹ ਤੋ ਸੁਣ ਤੋ ਏਕ। ਇਸ ਕਰਕੇ ਜੇਕਰ ਇੱਕ ਨੂੰ ਕਹਿਆ ਜਾਵੇ, ਇੱਕ ਨੂੰ ਪੜ੍ਹਿਆ ਜਾਵੇ, ਇੱਕ ਨੂੰ ਸੁਣਿਆ ਜਾਵੇ, ਤਾਂ ਧਰਮ ਦੀ ਪ੍ਰਾਪਤੀ ਹੁੰਦੀ ਆ, ਜਤ ਸਤ ਦੀ ਪ੍ਰਾਪਤੀ ਹੁੰਦੀ ਆ, ਸੰਜਮ ਦੀ, ਚੌਥੇ ਪਦ ਦੀ ਪ੍ਰਾਪਤੀ ਹੁੰਦੀ ਆ। ਸੱਚ ਨੂੰ ਕਦੇ ਵੀ ਮੈਲ ਨਹੀਂ ਲੱਗਦੀ। ਗੁਰੂ ਦੇ ਸ਼ਬਦ ਨਾਲ ਭਰਮ ਦੂਰ ਹੁੰਦੇ ਆ।
ਸੂਰਤ ਮੂਰਤ ਜਿਹੜੀ ਆ ਉਹ ਫਿਰ ਘੜੀ ਜਾਂਦੀ ਆ, ਫਿਰ ਸੱਚ ਦੇ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਗੁਰੂ ਸਾਹਿਬ ਜੀ ਨੇ ਦੱਸਿਆ ਹੈ। ਸੋ ਆਓ ਇਹਦੀ ਵਿਸਥਾਰ ਦੇ ਨਾਲ ਵਿਚਾਰ ਕਰੀਏ। ਧਨਾਸਰੀ ਮਹੱਲਾ ਪਹਿਲਾ, ਘਰ ਦੂਜਾ, ਅਸ਼ਟਪਦੀਆਂ। ਅਸ਼ਟਪਦੀਆਂ ਤੋਂ ਭਾਵ ਹੈ 8 ਪਦਿਆਂ ਵਾਲਾ ਇਹ ਸ਼ਬਦ ਆ, ਜੋ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਗਾਇਨ ਕੀਤਾ ਹੈ। ਦੂਜੇ ਘਰ ਦੇ ਵਿੱਚ ਗਾਉਣ ਲਈ ਕਹਿ ਰਹੇ ਆ ਮਹਾਰਾਜ। ਪਰਮਾਤਮਾ ਇੱਕ ਆ, ਓੰਕਾਰ ਦੀ ਧੁਨੀ ਆ। ਗੁਰੂ ਦੀ ਕਿਰਪਾ ਦੇ ਨਾਲ ਉਹਦੇ ਸਰੂਪ ਦੀ ਪ੍ਰਾਪਤੀ ਹੁੰਦੀ ਆ। ਗੁਰ ਸਾਗਰ ਰਤਨੀ ਭਰ ਪੂਰੇ, ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ। ਗੁਰੂ ਉਹ ਸਮੁੰਦਰ ਹੈ ਜੋ ਕਿ ਗੁਣਾਂ ਦੇ ਨਾਲ ਭਰਿਆ ਹੋਇਆ ਵਾ। ਗੁਰੂ ਸਾਹਿਬ ਜੀ ਵਿੱਚ ਬਹੁਤ ਸਾਰੇ ਗੁਣ, ਜਿਵੇਂ ਸਾਡੇ ਵਿੱਚ ਬਹੁਤ ਸਾਰੀਆਂ ਕਮੀਆਂ ਨੇ, ਇੰਨੀਆਂ ਕਮੀਆਂ ਜਿੰਨਾ ਸਮੁੰਦਰ ਵਿੱਚ ਪਾਣੀ ਆ। ਗੁਰੂ ਸਾਹਿਬ ਦੇ ਵਿੱਚ ਇੰਨੇ ਗੁਣ ਆ ਜਿੰਨਾ ਸਮੁੰਦਰ ਵਿੱਚ ਪਾਣੀ ਆ, ਜਿਹਨੂੰ ਇਸ ਤਰ੍ਹਾਂ ਮਾਪਿਆ ਨਹੀਂ ਜਾ ਸਕਦਾ ਹੈ। ਗੁਰ ਸਾਗਰ ਰਤਨੀ ਭਰਪੂਰੇ। ਗੁਰੂ ਉਹ ਸਮੁੰਦਰ ਆ ਜਿਹੜਾ ਗੁਣਾਂ ਦੇ ਨਾਲ ਭਰਿਆ ਹੋਇਆ ਵਾ, ਤੇ ਜਿਹੜੇ ਗੁਰੂ ਦੇ ਸਿੱਖ ਆ ਫਿਰ ਉਸ ਸਮੁੰਦਰ ਦੇ ਵਿੱਚ ਡੁਬਕੀਆਂ ਲਾ ਕੇ ਹੰਸ ਬਣ ਕੇ ਉਹਨੂੰ ਚੁਗੇ ਨਹੀਂ ਦੂਰੇ। ਚੁਗਦੇ ਆ, ਦੂਰੀ ਨਹੀਂ ਰੱਖਦੇ, ਨੇੜੇ ਹੀ ਰਹਿੰਦੇ ਆ ਸਾਗਰ ਦੇ। ਹਰ ਰਸ ਚੋਗ ਚੁਗੈ ਪ੍ਰਭ ਭਾਵੈ, ਸਰਵਰ ਮੈਂ ਹੰਸ ਪ੍ਰਾਣ ਪਤ ਪਾਵੈ। ਇਸ ਤਰ੍ਹਾਂ ਮੋਤੀ ਚੁਗਦੇ ਚੁਗਦੇ ਹੰਸ ਪੂਰਾ ਹੀ ਜ਼ਿੰਦਗੀ ਦਾ ਲਾਹਾ ਮਾਣਦੇ ਆ। ਕਿਆ ਬਗ ਬੱਪੜਾ ਛੱਪੜੀ ਨਹਾਏ, ਕੀਚੜ ਡੁੱਬੈ ਮੈਲ ਨਾ ਜਾਏ। ਹੁਣ ਜੇ ਬੱਗ ਦੀ ਗੱਲ ਕਰੀਏ, ਬਗਲੇ ਦੀ, ਉਹ ਕਦੇ ਵੀ ਸਰਵਰ ਤੇ ਸਰੋਵਰ ਤੇ ਨਹੀਂ ਆਉਂਦਾ, ਉਹ ਛੱਪੜਾਂ ਵਿੱਚ ਜਾਂਦਾ ਹੈ, ਚਿੱਕੜ ਵਿੱਚ ਡੁੱਬਦਾ, ਉਹਦੀ ਮੈਲ ਨਹੀਂ ਜਾਂਦੀ। ਇਹ ਮਨਮੁਖ ਦੀ ਗੱਲ ਕਹਿ ਰਹੇ ਆ ਗੁਰੂ ਸਾਹਿਬ ਜੀ ਕਿ ਉਹ ਬੰਦਾ ਜਿਹੜਾ ਗੁਰੂ ਨਾਲੋਂ ਟੁੱਟਿਆ ਵਾ, ਉਹ ਬਗਲੇ ਦੇ ਵਾਂਗ ਹੁੰਦਾ। ਜਿਹੜਾ ਗੁਰੂ ਦੀ ਸੰਗਤ ਕਰਨ ਵਾਲਾ, ਗੁਰੂ ਦਾ ਮੰਨਣ ਵਾਲਾ, ਬਚਨ ਕਮਾਉਣ ਵਾਲਾ ਸਿੱਖ, ਉਹ ਹੰਸ ਦੇ ਵਾਂਗ ਹੁੰਦਾ। ਰੱਖ ਰੱਖ ਚਰਨ ਧਰੇ ਵਿਚਾਰੀ, ਦੁਬਦਾ ਛੋੜ ਪਏ ਨਿਰੰਕਾਰੀ। ਮੁਕਤ ਪਦਾਰਥ ਹਰ ਰਸ ਚਾਖੇ, ਆਵਣ ਜਾਣ ਰਹੇ ਗੁਰ ਰਾਖੇ। ਇਸ ਤਰ੍ਹਾਂ ਫਿਰ ਗੁਰਸਿੱਖਾਂ ਦਾ ਤਾਂ ਆਉਣਾ ਜਾਣਾ ਜਿਹੜਾ ਹੈ ਉਹ ਖਤਮ ਹੋ ਜਾਂਦਾ, ਬੂੰਦ ਸਾਗਰ 'ਚ ਲੀਨ ਹੋ ਜਾਂਦੀ ਆ। ਪਰ ਜਿਹੜੇ ਬਗਲੇ ਸਮਾਨ ਮਨਮੁਖ ਆ, ਉਹਨਾਂ ਦੀ ਜ਼ਿੰਦਗੀ ਕੁਝ ਹੋਰ ਤਰ੍ਹਾਂ ਦੀ ਆ। ਉਹਨਾਂ ਦੀ ਜ਼ਿੰਦਗੀ ਇੱਥੇ ਜਿਉਂ ਆਇਆ ਤਿਉਂ ਜਾਵੇ ਬੋਰੇ, ਜਿਉਂ ਜਨਮੇ ਤਿਉਂ ਮਰਨ ਪਿਆ, ਇਹ ਵਾਲੀ ਹੁੰਦੀ ਆ। ਸੁਣ ਮੰਡਲ ਇੱਕ ਜੋਗੀ ਵੈਸੇ, ਨਾਰ ਨ ਪੁਰਖ ਕਹੋ ਕੋ ਕੈਸੇ। ਤ੍ਰਿਭਵਨ ਜੋਤ ਰਹੇ ਲਿਵ ਲਾਈ, ਸੁਰ ਨਰ ਨਾਥ ਸੱਚੇ ਸਰਣਾਈ। ਇਸ ਤਰ੍ਹਾਂ ਫਿਰ ਉਹ ਵਾਹਿਗੁਰੂ ਪਰਮੇਸ਼ਰ ਦਾ ਪਿਆਰਾ, ਭਾਵੇਂ ਉਹ ਇਸਤਰੀ ਆ ਤੇ ਭਾਵੇਂ ਉਹ ਪੁਰਖ ਆ, ਜਿਹੜੀ ਰੂਹ ਜਦੋਂ ਗੁਰੂ ਨਾਲ ਜੁੜ ਜਾਂਦੀ ਆ ਫਿਰ ਆਨੰਦ ਬਣ ਜਾਂਦਾ। ਗੁਰਮੁਖ ਦੀ ਜ਼ਿੰਦਗੀ ਸਹਿਜ ਹੋ ਜਾਂਦੀ ਆ। ਭੈ ਜਿਹੜਾ ਹੈ ਕੱਟਿਆ ਜਾਂਦਾ ਸੰਸਾਰ ਦਾ, ਹਉਮੈ ਮਰ ਜਾਂਦੀ ਆ। ਉਹ ਗੁਰੂ ਦੇ ਚਰਨਾਂ ਦੀ ਧੂੜੀ ਬਣ ਜਾਂਦਾ। ਅਨਕ ਜਤਨ ਕਰ ਕਾਲ ਸੰਤਾਏ। ਬਹੁਤ ਯਤਨ ਬੰਦਾ ਕਰਦਾ, ਮੈਂ ਸਦਾ ਇੱਥੇ ਰਵਾਂ ਦੁਨੀਆ ਦੇ। ਪਹਿਲੀ ਬੰਦੇ ਦੀ ਮੰਗ ਹੈ ਜ਼ਿੰਦਗੀ। ਜ਼ਿੰਦਗੀ ਹੈ ਮੰਗ ਬੰਦੇ ਦੀ ਕਿ ਮੈਂ ਜਿੰਦਾ ਰਵਾਂ। ਪਹਿਲੀ ਮੰਗ ਇਹ ਆ, ਬਾਕੀ ਮੰਗਾਂ ਇੱਥੋਂ ਅੱਗੇ ਸ਼ੁਰੂ ਹੁੰਦੀਆਂ। ਤਾਂ ਬਹੁਤ ਯਤਨਾਂ ਕਰਕੇ ਬੰਦਾ ਇਸ ਦੁਨੀਆ 'ਤੇ ਟਿਕਣਾ ਚਾਹੁੰਦਾ ਹੈ, ਪਰ ਮਰਨ ਲਿਖਾਏ ਮੰਡਲ ਮੈਂ ਆਏ। ਪਰ ਮੌਤ ਪਹਿਲਾਂ ਹੀ ਲਿਖੀ ਹੁੰਦੀ ਆ, ਜ਼ਿੰਦਗੀ ਮਿਲਣ ਤੋਂ ਪਹਿਲਾਂ ਹੀ ਮੋਹਰ ਲੱਗੀ ਹੁੰਦੀ ਆ, ਫਿਰ ਉਹ ਹੋ ਕੇ ਰਹਿੰਦੀ ਆ। ਜਨਮ ਪਦਾਰਥ ਦੁਬਦਾ ਖੋਵੈ, ਗੁਰੂ ਦੀ ਸ਼ਰਨ ਪਿਆਂ ਤੋਂ ਬਿਨਾਂ, ਸੰਗਤ ਤੋਂ ਬਿਨਾਂ ਜਨਮ ਪਦਾਰਥ ਦੁਬਦਾ ਵਿੱਚ ਖੋ ਜਾਂਦਾ ਹੈ। ਆਪ ਨ ਚੀਨਸ ਭ੍ਰਮ ਭ੍ਰਮ ਰੋਵੈ। ਰੋਂਦਿਆਂ ਹੀ ਉਹ ਬੰਦਾ ਇਸ ਦੁਨੀਆ ਨੂੰ
ਰੁਖਸਦ ਹੁੰਦਾ, ਜੋ ਬਾਣੀ ਨਹੀਂ ਪੜ੍ਹਦਾ ਜਾਂ ਉਹਨੂੰ ਸਮਝਦਾ ਨਹੀਂ। ਕਹਿ ਤੋ ਪੜ੍ਹ ਤੋ ਸੁਣ ਤੋ ਏਕ, ਜੇ ਇੱਕ ਗੁਰੂ ਦੀ ਸੁਣੀ ਹੋਵੇ, ਇੱਕ ਗੁਰੂ ਨੂੰ ਪੜ੍ਹਿਆ ਹੋਵੇ, ਇੱਕ ਗੁਰੂ ਦੇ ਬਚਨਾਂ ਨੂੰ ਕਹਿਆ ਹੋਵੇ ਰਸਨਾ ਤੋਂ, ਫਿਰ ਚੌਥੇ ਪਦ ਦੀ ਪ੍ਰਾਪਤੀ ਹੁੰਦੀ ਆ। ਫਿਰ ਮੈਲ ਨਹੀਂ ਲੱਗਦੀ, ਭਰਮ ਦੂਰ ਹੁੰਦੇ ਆ, ਸੂਰਤ ਮੂਰਤ ਘੜੀ ਜਾਂਦੀ ਆ। ਨਾਨਕ ਜਾਚੈ ਸਾਚ ਸਰੂਪ, ਸੱਚ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਸੋ ਸਾਧ ਸੰਗਤ ਜੀ, ਇਹ ਜੋ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ, ਇਸ ਦੇ ਵਿੱਚ ਜੋ ਉਹਨਾਂ ਨੇ ਸਾਨੂੰ ਸਮਝਾਇਆ, ਮੂਲ ਭਾਵ ਇਹ ਆ ਵੀ ਦੋ ਤਰੀਕਿਆਂ ਦਾ ਜੀਵਨ ਆ, ਹੰਸ ਦੇ ਵਾਂਗ ਤੇ ਬਗਲੇ ਦੇ ਵਾਂਗ। ਹੰਸ ਬਿਰਤੀ ਹੈ, ਬਗਲੇ ਦੀ ਬਿਰਤੀ ਆ। ਹੰਸ ਬਿਰਤੀ ਸੰਗਤ ਵਿੱਚੋਂ ਉਪਜਦੀ ਆ ਤੇ ਬਗਲੇ ਵਾਲੀ ਬਿਰਤੀ ਸਾਖਤਾਂ ਦੀ ਸੰਗਤ ਵਿੱਚੋਂ ਵਿਚਰਦੀ ਆ। ਦੋਨੋਂ ਹੀ ਸੰਗਤ ਵਿੱਚੋਂ ਬਿਰਤੀਆਂ ਉਪਜਦੀਆਂ। ਇੱਕ ਚੰਗੀ ਸੰਗਤ ਆ, ਇੱਕ ਮਾੜੀ ਸੰਗਤ ਆ। ਤਾਂ ਕਬੀਰ ਸਾਹਿਬ ਜੀ ਕਹਿੰਦੇ ਆ, ਸਾਖਤ ਸੰਗ ਨਾ ਕੀਜੀਐ, ਦੂਰੈ ਜਾਈਐ ਭਾਗ, ਬਾਸਨ ਕਾਰੋ ਪਰਸੀਐ, ਤੋ ਕਛ ਲਾਗੈ ਦਾਗ। ਭਗਤ ਕਬੀਰ ਜੀ ਫਰਮਾਉਂਦੇ ਆ ਬਚਨ ਕਿ ਭੁੱਲ ਕੇ ਵੀ ਕਦੇ ਸਾਖਤਾਂ ਦੀ, ਮਨਮੁਖ ਬੰਦੇ ਦੀ ਸੰਗਤ ਨਹੀਂ ਕਰਨੀ ਚਾਹੀਦੀ। ਉਹਦੇ ਤੋਂ ਹਮੇਸ਼ਾ ਹੀ ਦੂਰੀ ਬਣਾ ਕੇ ਰੱਖੋ ਜਿੰਨੀ ਹੋ ਸਕਦੀ ਹੈ। ਸਾਖਤ ਸੰਗ ਨਾ ਕੀਜੀਐ, ਦੂਰੈ ਜਾਈਐ ਭਾਗ। ਕਹਿ ਰਹੇ ਨੇ ਵੀ ਜਿੱਥੋਂ ਤੁਹਾਨੂੰ ਪਰਮਾਤਮਾ ਦੇ ਪਿਆਰ ਦੀ ਝਲਕ ਨਹੀਂ ਪੈਂਦੀ, ਉੱਧਰ ਦੇਖਣਾ ਤਾਂ ਦੂਰ ਦੀ ਗੱਲ ਹੈ, ਉੱਧਰ ਤੁਸੀਂ ਜਾਣਾ ਤਾਂ ਦੂਰ ਦੀ ਗੱਲ ਹੈ, ਉੱਧਰ ਝਾਕੋ ਵੀ ਨਾ। ਦੂਰੇ ਜਾਈਏ ਭਾਗ ਦੇ ਅਰਥ ਆ ਕਿ ਉਹ ਬੰਦੇ ਤੋਂ ਟੁੱਟ ਜਾਵੋ। ਮਨਮੁੱਖਾਂ ਨਾਲੋਂ ਟੁੱਟੀ ਭਲੀ, ਨਾਨਕ ਮਨਮੁੱਖਾਂ ਨਾਲੋਂ ਟੁੱਟੀ ਭਲੀ। ਇਹੋ ਜਿਹੇ ਬੰਦਿਆਂ ਨਾਲੋਂ ਟੁੱਟੀ ਹੀ ਚੰਗੀ ਆ, ਜਿਨ ਮਾਇਆ ਮੋਹ ਪਿਆਰ, ਜਿਨ੍ਹਾਂ ਨੂੰ ਸਿਰਫ ਤੇ ਸਿਰਫ ਮਾਇਆ ਦੇ ਨਾਲ ਹੀ ਪਿਆਰ ਆ, ਜਿਨ੍ਹਾਂ ਨੂੰ ਸਿਰਫ ਇੱਟਾਂ ਦੇ ਨਾਲ ਪਿਆਰ ਆ। ਇਹੋ ਜਿਹੇ ਬੰਦਿਆਂ ਨਾਲੋਂ ਨਾਨਕ ਮਨਮੁੱਖਾਂ ਨਾਲੋਂ ਟੁੱਟੀ ਭਲੀ, ਜਿਨ ਮਾਇਆ ਮੋਹ ਪਿਆਰ। ਸਾਖਤ ਸੰਗ ਨਾ ਕੀਜੀਐ, ਦੂਰੈ ਜਾਈਐ ਭਾਗ, ਬਾਸਨ ਕਾਰੂ ਪਰਸੀਐ, ਤੋ ਕਛ ਲਾਗੈ ਦਾਗ। ਸਿਆਣਪ ਇਸੇ ਵਿੱਚ ਹੀ ਆ। ਇਹੋ ਜਿਹੇ ਬੰਦਿਆਂ ਦੇ ਨਾਲ ਤੁਹਾਡੀ ਪ੍ਰੀਤ ਆ ਜਿਹੜੀ ਟੁੱਟ ਜਾਵੇ। ਕੋਇਲਾ ਸੀਤਲ ਕਰ ਕਰਤ ਸਿਆਮ ਗਹੇ, ਪਰਸ ਤਪਤ ਪਰ ਦਗਦ ਕਰਤ ਹੈ। ਜਿਸ ਤਰ੍ਹਾਂ ਕੋਲਾ ਹੁੰਦਾ ਵਾ, ਠੰਡਾ ਹੋਵੇ ਚਾਹੇ ਗਰਮ, ਭਾਈ ਗੁਰਦਾਸ ਜੀ ਕਹਿੰਦੇ ਉਹਨੂੰ ਤਲੀ ਤੇ ਰੱਖੋ। ਉਹਨੇ ਜੇ ਗਰਮ ਹੋਇਆ ਤੇ ਸਾੜ ਦੇਣਾ, ਜੇ ਠੰਡਾ ਹੋਇਆ ਤੇ ਫਿਰ ਕਾਲਾ ਕਰ ਦੂਗਾ। ਦੋਨੇ ਤਰ੍ਹਾਂ ਹੀ ਮਾੜਾ ਕੋਲਾ, ਗਰਮ ਰੱਖਿਆ ਵੀ ਮਾੜਾ, ਠੰਡਾ ਰੱਖਿਆ ਵੀ ਮਾੜਾ। ਤਲੀ ਤੇ ਰੱਖ ਲਈਏ, ਕੱਪੜਿਆਂ ਨੂੰ ਦਾਗੀ ਕਰ ਦੂਗਾ। ਇੱਦਾਂ ਹੀ ਜੇਕਰ ਕੂਕਰ ਕੇ ਕਾਟਤ ਕਲੇਵਰੇ ਲਾਗੈ ਛੋਤ, ਕਾਟਤ ਸਰੀਰ ਪੀਰ ਧੀਰ ਨਾ ਤਰਤ ਹੈ। ਜੇਕਰ ਕੋਈ ਹਲਕਿਆ ਹੋਇਆ ਕੁੱਤਾ ਹੋਵੇ, ਉਹ ਪਿਆਰ ਨਾਲ ਚੱਟ ਜਾਵੇ ਤਾਂ ਵੀ ਮਾੜਾ ਹੈ, ਜੇ ਗੁੱਸੇ ਨਾਲ ਵੱਢ ਜਾਵੇ ਤਾਂ ਵੀ ਮਾੜਾ ਹੈ। ਚੱਟ ਜਾਵੇ ਤੇ ਨਹਾਉਣਾ ਪਵੇਗਾ, ਇਸ਼ਨਾਨ ਕਰਨਾ ਪਊਗਾ। ਕੱਟ ਜਾਵੇ ਤੇ ਡਾਕਟਰ ਕੋਲ ਜਾਣਾ ਪਊਗਾ। ਦੋਨਾਂ ਹਾਲਾਤਾਂ 'ਚ ਬੰਦੇ ਨੂੰ ਇਹ ਕੁਝ ਕਰਨਾ ਪਵੇਗਾ। ਸਮੱਸਿਆ ਹੈ ਦੋਨਾਂ ਤਰੀਕਿਆਂ ਨਾਲ। ਫਿਰ ਕਹਿੰਦੇ ਆ, ਫੂਟ ਤੇ ਜਿਉਂ ਗਾਗਰ ਪਰਤ ਹੀ ਪਖਾਨ ਪਹਿ। ਚਾਹੇ ਘੜੇ ਨੂੰ ਚੱਕ ਕੇ ਪੱਥਰ 'ਤੇ ਸੁੱਟ ਦਿਓ, ਚਾਹੇ ਪੱਥਰ ਨੂੰ ਚੱਕ ਕੇ ਘੜੇ 'ਤੇ ਸੁੱਟ ਦਿਓ, ਨੁਕਸਾਨ ਘੜੇ ਦਾ ਹੀ ਹੋਵੇਗਾ। ਤੈਸੋ ਹੀ ਅਸਾਧ ਸੰਗ ਪ੍ਰੀਤ ਹੂੰ ਵਿਰੋਧ ਬੁਰੋ, ਲੋਕ ਪਰ ਲੋਕ ਦੁਖ ਦੋਖ ਨਾ ਟਰਤ ਹੈ। ਤੈਸੇ ਹੀ ਭਾਈ ਸਾਹਿਬ ਜੀ ਕਹਿੰਦੇ, ਮਾੜੇ ਬੰਦੇ ਦੇ ਨਾਲ ਲਾਈ ਹੋਈ ਦੋਸਤੀ
ਤੇ ਮਾੜੇ ਬੰਦੇ ਨਾਲ ਪਾਈ ਹੋਈ ਦੁਸ਼ਮਣੀ ਦੋਨੋਂ ਹੀ ਮਾੜੀਆਂ ਹੁੰਦੀਆਂ ਨੇ। ਇਹਨਾਂ ਨਾਲੋਂ ਦੂਰੀ ਬਣਾ ਕੇ ਰੱਖੋ। ਛੱਪੜ ਢੂੰਡੈ ਕਿਆ ਹੋਵੇ, ਚਿੱਕੜ ਡੁੱਬੈ ਹੱਥ। ਪ੍ਰੀਤ ਵੀ ਮਾੜੀ ਆ, ਦੁਸ਼ਮਣੀ ਵੀ ਮਾੜੀ ਆ। ਕੋਲਾ ਗਰਮ ਵੀ ਮਾੜਾ ਤਲੀ ਤੇ ਰੱਖਿਆ, ਠੰਡਾ ਵੀ ਮਾੜਾ। ਇਸ ਤਰ੍ਹਾਂ ਗੁਰੂ ਸਾਹਿਬ ਜੀ ਸਮਝਾਉਂਦੇ ਆ। ਨਾਨਕ ਮਨ ਮੁਖਾਂ ਨਾਲੋਂ ਟੁੱਟੀ ਭਲੀ, ਜਿਨ ਮਾਇਆ ਮੋਹ ਪਿਆਰ। ਸੰਗਤ ਕਰਨੀ ਹੈ, ਕੋਲ ਜਾ ਕੇ ਬੈਠਣਾ ਹੈ, ਤੇ ਤੁਸੀਂ ਚੰਗੇ ਬੰਦਿਆਂ ਦੇ ਸਜੋ ਜਾ ਕੇ। ਉਹਨਾਂ ਨੂੰ ਸੁਣੋ, ਉਹਨਾਂ ਨੂੰ ਪੜ੍ਹੋ, ਉਹਨਾਂ ਨੂੰ ਕੁਝ ਕਹੋ, ਪਰ ਮਾੜੇ ਬੰਦੇ ਕੋਲ ਨਾ ਜਾਓ ਕਦੇ ਵੀ। ਇਹ ਗੁਰੂ ਸਾਹਿਬ ਜੀ ਵਾਰ-ਵਾਰ ਸਾਨੂੰ ਕਹਿ ਰਹੇ ਆ। ਚਰਿੱਤਰ ਤੇ ਦਾਗ ਲੱਗ ਜਾਂਦਾ ਹੈ। ਚੀਨ ਦੀ ਇੱਕ ਕਹਾਵਤ ਵੀ ਆ ਕਿ ਤੁਸੀਂ ਆਪਣੇ 5 ਦੋਸਤਾਂ ਦੇ ਨਾਮ ਸਾਨੂੰ ਦੱਸ ਦਿਓ ਤੇ ਅਸੀਂ ਤੁਹਾਨੂੰ ਦੱਸ ਦਾਂਗੇ ਵੀ ਤੁਸੀਂ ਕਿੱਦਾਂ ਦੇ ਹੋ। ਜੇਕਰ 5 ਬੰਦਿਆਂ ਦੇ ਨਾਮ ਦੱਸ ਦਿਓ ਕਿੱਦਾਂ ਦੇ ਆ, ਜਿਨ੍ਹਾਂ ਨਾਲ ਮੈਂ ਰਹਿਣਾ, ਤਾਂ ਉਹਨਾਂ 5 ਦਾ ਨਾਮ ਸੁਣ ਕੇ ਅਸੀਂ ਦੱਸ ਸਕਦੇ ਹਾਂ ਵੀ ਤੁਸੀਂ ਕਿੱਦਾਂ ਦੇ ਹੋ। ਸਾਕਤ ਸੰਗ ਨ ਕੀਜੀਐ, ਦੂਰੇ ਜਾਈਐ ਭਾਗ। ਬਾਸਨ ਕਾਰੋ ਪਰਸੀਐ, ਤੋ ਕਛ ਲਾਗੈ ਦਾਗ। ਇਸ ਤਰ੍ਹਾਂ ਗੁਰੂ ਪਿਆਰਿਓ, ਇਹ ਅੱਜ ਦਾ ਮੂਲ ਭਾਵ ਸੀ। ਹੰਸਾਂ ਵਾਂਗ ਵੀ ਬੰਦਾ ਜਿਉ ਸਕਦਾ, ਬਗਲੇ ਵਾਂਗ ਵੀ ਬੰਦਾ ਜਿਉ ਸਕਦਾ। ਸੰਗਤ ਮਿਲ ਜੇ ਚੰਗੀ ਤੇ ਬੰਦਾ ਹੰਸਾ, ਮਾੜੀ ਸੰਗਤ ਮਿਲ ਜੇ ਬੰਦਾ ਬਗਲਾ ਹੈ। ਸਰੀਰ ਉਹੀ ਆ ਚਿੱਟੇ ਰੰਗ ਦਾ ਦੋਨਾਂ ਦਾ, ਸਰੀਰ ਉਹੀ ਆ ਮਨਮੁਖ ਦਾ ਵੀ, ਉਹੀ 206 ਹੱਡੀਆਂ, ਉਹੀ ਲਾਲ ਰੰਗ ਦਾ ਖੂਨ, ਸਭ ਕੁਝ ਉਹੀ। ਖੂਨ ਉਹੀ ਆ ਗੁਰਸਿੱਖ ਦੇ ਵਿੱਚ, ਪਰ ਫਰਕ ਬਹੁਤ ਆ। ਜਿਵੇਂ ਬਗਲੇ ਤੇ ਹੰਸ ਵਿੱਚ ਫਰਕ ਆ, ਫਰਕ ਉੱਥੇ ਆ। ਸੋਚਣੀ 'ਚ ਫਰਕ ਆ, ਕਰਮਾਂ 'ਚ ਫਰਕ ਆ, ਸੰਗਤ ਦਾ ਫਰਕ ਆ, ਤੇ ਬਹੁਤ ਵੱਡਾ ਫਰਕ ਆ ਜਿਹੜਾ ਉਹਨਾਂ ਦੇ ਕਰਮਾਂ ਨੂੰ ਤੈਅ ਕਰਦਾ, ਸੋਚਣੀ। ਤਾਂ ਇਹ ਅੱਜ ਦੇ ਵਾਕ ਦੇ ਵਿੱਚ ਗੁਰੂ ਸਾਹਿਬ ਜੀ ਨੇ ਦੱਸਿਆ। ਹੁਣ ਜਿਹੜੀ ਰੋਜ਼ਾਨਾ ਸਾਖੀ ਸਰਵਣ ਕਰਦੇ ਹੋ ਆਪ ਜੀ ਲੜੀਵਾਰ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਫਿਰ ਨਮਾਜ਼ ਪੜ੍ਹਨ ਸਮੇਂ ਉਹਨਾਂ ਨੇ ਮਨ ਪੜ੍ਹਿਆ ਸੀ ਸਭ ਦਾ, ਤੇ ਘਰ ਵਿੱਚ ਆਏ ਆ। ਘਰ ਵਿੱਚ ਆਉਣ ਤੋਂ ਬਾਅਦ ਪਲੰਗ ਤੇ ਮਹਾਰਾਜ ਮੰਜੇ ਤੇ ਸਜੇ ਹੋਏ ਆ। ਇੰਨੇ ਸਮੇਂ ਦੇ ਵਿੱਚ ਕੀ ਵੇਖਦੇ ਆ, ਮੂਲ ਚੰਦ ਜੀ ਤੇ ਚੰਦੋ ਰਾਣੀ, ਗੁਰੂ ਸਾਹਿਬ ਜੀ ਦੇ ਸੱਸ ਤੇ ਸਹੁਰਾ ਸਾਹਿਬ, ਉਹ ਆ ਗਏ ਆ ਉੱਥੇ। ਆਉਂਦਿਆਂ ਹੀ ਥੋੜ੍ਹਾ ਜਿਹਾ ਉਹਨਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ। ਕ੍ਰੋਧ ਵਿੱਚ ਸੀ ਦੋਨੋਂ ਹੀ ਕਿ ਸਾਨੂੰ ਪਤਾ ਲੱਗਾ ਤੂੰ ਸ਼ਮਸ਼ਾਨ ਘਾਟ ਵਿੱਚ ਜਾ ਕੇ ਬਹਿ ਜਾਣਾ। ਘਰ ਦੇ ਵਿੱਚ 2 ਪੁੱਤਰ ਆ। ਉਦੋਂ ਤੱਕ ਜਦੋਂ ਦੀ ਇਹ ਘਟਨਾ, ਬਾਬਾ ਲਖਮੀ ਦਾਸ ਤੇ ਲਖਮੀ ਚੰਦ 2 ਹੀ ਨਾਂ ਆਉਂਦੇ ਆ। ਉਹਨਾਂ ਦਾ ਵੀ ਗੁਰੂ ਸਾਹਿਬ ਜੀ ਦੇ ਘਰ ਵਿੱਚ ਜਨਮ ਹੋ ਚੁੱਕਾ ਸੀ, ਤੇ ਬਾਬਾ ਸ਼੍ਰੀ ਚੰਦ ਜੀ ਸੀਗੇ ਤਕਰੀਬਨ 2 ਸਾਲ ਦੇ, ਉਹਨਾਂ ਦੀ ਉਮਰ ਸੀ। ਤਾਂ ਆਉਂਦੇ ਹੀ ਉਹ ਰੌਲਾ ਪਾਉਣ ਲੱਗ ਗਏ, ਕਹਿਣ ਲੱਗ ਗਏ ਤੁਹਾਨੂੰ ਪਰਿਵਾਰ ਦੀ ਕੋਈ ਫਿਕਰ ਨਹੀਂ ਹੈਗੀ। ਜੇ ਸਭ ਕੁਝ ਕਰਨਾ ਸੀ ਤੇ ਵਿਆਹ ਕਿਉਂ ਕਰਵਾਇਆ, ਫਕੀਰ ਬਣਨਾ ਸੀ ਤੇ ਸ਼ਾਦੀ ਕਿਉਂ ਕਰਵਾਈ, ਸਾਡੀ ਧੀ ਦੀ ਜ਼ਿੰਦਗੀ ਖਰਾਬ ਕੀਤੀ ਆ। ਗੁਰੂ ਨਾਨਕ ਸਾਹਿਬ ਜੀ ਮੰਜੇ ਤੇ ਬੈਠੇ ਆ, ਜੈ ਰਾਮ ਜੀ ਉਹਨਾਂ ਦੇ ਕੋਲ ਖੜੇ ਹੋਏ ਆ, ਬੇਬੇ ਨਾਨਕੀ ਜੀ ਰਸੋਈ ਵਿੱਚ ਆ। ਤਾਂ ਆਉਂਦੇ ਹੀ ਉਹ ਰੌਲਾ ਪਾ ਰਹੇ ਆ। ਇਸ ਤਰ੍ਹਾਂ ਉਹਨਾਂ ਨੇ ਬੋਲਣਾ ਸ਼ੁਰੂ ਕੀਤਾ ਵਾ, ਤੇ ਉਹਨਾਂ ਨੂੰ ਫਿਰ ਟਿਕਾ ਦੇ ਨਾਲ ਬੈਠਣ ਲਈ ਜੈ ਰਾਮ ਜੀ ਨੇ ਕਿਹਾ ਕਿ ਤੁਸੀਂ ਪਹਿਲਾਂ ਬੈਠੋ, ਪਾਣੀ ਛਕੋ, ਭੋਜਨ ਛਕੋ, ਫਿਰ ਆਪਾਂ ਗੱਲ ਕਰਦੇ ਹਾਂ। ਇਸ ਤਰ੍ਹਾਂ ਫਿਰ ਬੇਬੇ ਨਾਨਕੀ ਜੀ ਨੇ ਉਹਨਾਂ ਨੂੰ ਪਿਆਰ ਨਾਲ ਕਿਹਾ ਕਿ ਜੋ ਮੇਰਾ ਵੀਰ ਕਰਦਾ ਉਹ ਸਹੀ ਹੁੰਦਾ ਵਾ। ਤੁਸੀਂ ਮਸੀਤ ਦੀ ਕਥਾ ਨਹੀਂ ਸੁਣੀ, ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਸੁਣਿਆ ਕਿ ਕਬਰਾਂ ਵਿੱਚ ਬੈਠੇ ਆ ਜਾ ਕੇ ਸ਼ਮਸ਼ਾਨ ਘਾਟ, ਤੁਸੀਂ ਇਹ ਨਹੀਂ ਸੁਣਿਆ ਕਿ ਇਹਨਾਂ ਨੇ ਦੌਲਤ, ਜਿਹੜੇ ਨਵਾਬ ਆ, ਤੇ ਉਹਨਾਂ ਦਾ ਮਨ ਪੜ੍ਹ ਲਿਆ ਸੀ, ਕਾਜੀ ਦਾ ਇਹਨਾਂ ਨੇ ਮਨ ਪੜ੍ਹ ਲਿਆ ਸੀ। 3 ਦਿਨ ਨਦੀ ਦੇ ਵਿੱਚ ਅਲੋਪ ਰਹੇ, ਚੌਥੇ ਦਿਨ ਪ੍ਰਗਟ ਹੋਏ ਆ, ਤੁਸੀਂ ਇਹ ਨਹੀਂ ਸੁਣਿਆ। ਤਾਂ ਉਹ ਉਹਨਾਂ ਨੂੰ ਵਾਰ-ਵਾਰ ਆਪਣੇ ਵੀਰ ਦੀਆਂ ਜਿਹੜੀਆਂ ਗਥਾਵਾਂ ਨੇ ਸੁਣਾ ਰਹੀ ਆ, ਪਰ ਉਹਨਾਂ ਨੂੰ ਨਹੀਂ ਨਾ ਹੁਣ ਸਮਝ ਹੈਗੀ। ਉਹਨਾਂ ਨੂੰ ਸਿਰਫ ਆਪਣੀ ਧੀ ਹੀ ਨਜ਼ਰ ਆਉਂਦੀ ਆ। ਇਸ ਕਰਕੇ ਜਦੋਂ ਜਿੰਨੀ ਵਾਰ ਉਹ ਆਉਂਦੇ ਸੀਗੇ, ਉਤਨੀ ਵਾਰ ਹੀ
ਜਿਵੇਂ ਆਪਾਂ ਕਹਿੰਦੇ ਆ, ਮਾਂ ਜਿਹੜੀ ਆ ਜਦੋਂ ਆਉਂਦੀ ਆ ਉਹ ਸਹੁਰੇ ਘਰ ਬੇਟੀ ਦੇ ਆਪਣੇ, ਜੇ ਉਹਨੂੰ ਉਹਦਾ ਹੱਸਦਾ ਚਿਹਰਾ ਮਿਲ ਜਾਵੇ ਤਾਂ ਉਹਨੂੰ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਆ। ਜੇ ਉਹਨੂੰ ਮੁਰਝਾਇਆ ਚਿਹਰਾ ਮਿਲੇ ਤੇ ਫਿਰ ਸਮਝ ਜਾਂਦੀ ਹੈ। ਇਸ ਤਰ੍ਹਾਂ ਸੀ ਗਾਥਾ। ਤੇ ਫਿਰ ਉਹਨਾਂ ਨੇ ਬੜਾ ਰੌਲਾ ਪਾਇਆ। ਇਹ ਬਾਬੇ ਨਾਨਕ ਜੀ ਨਾਲ ਵੀ ਹੋਇਆ ਹੈ। ਕਈ ਵਾਰ ਆਪਾਂ ਕਹਿੰਦੇ ਵੀ ਸਾਡੇ ਨਾਲ ਹੀ ਇਹ ਗੱਲਾਂ ਕਿਉਂ ਹੁੰਦੀਆਂ ਵਾ, ਇਹ ਆਮ ਗੱਲਾਂ ਨੇ। ਗੁਰੂ ਨਾਨਕ ਸਾਹਿਬ ਜੀ ਨੂੰ ਫਿਰ ਵਾਰ-ਵਾਰ ਪੁੱਛਦੇ ਆ, ਵਿਆਹ ਕਿਉਂ ਕਰਵਾਇਆ? ਪੁੱਤਰਾਂ ਦੀ ਕੋਈ ਚਿੰਤਾ ਨਹੀਂ ਹੈਗੀ, ਤੁਹਾਨੂੰ ਫਿਕਰ ਨਹੀਂ ਹੈਗਾ ਵੀ ਹੁਣ ਦੂਜਾ ਪੁੱਤਰ ਵੀ ਘਰ ਵਿੱਚ ਪੈਦਾ ਹੋ ਗਿਆ, ਇਹਨਾਂ ਦੀ ਸਾਰ ਕੌਣ ਲਊਗਾ? ਤਾਂ ਉਸ ਵਕਤ ਗੁਰੂ ਪਿਆਰਿਓ, ਤੇ ਜਿਹੜਾ ਪੈਸਾ ਜੋੜਿਆ ਸੀਗਾ ਗੁਰੂ ਨਾਨਕ ਜੀ ਨੇ ਮੋਦੀਖਾਨੇ ਦੇ ਵਿੱਚ 760 ਰੁਪਈਏ ਸੀਗੇ। ਫਿਰ ਉਹਨਾਂ ਵਿੱਚੋਂ ਜਿਹੜੇ ਅੱਧੇ ਪੈਸੇ ਸੀ ਤੇ ਉਹ ਲਿਆਉਣੇ ਕੀਤੇ ਹਨ, ਨਵਾਬ ਨੇ ਭੇਜ ਦਿੱਤੇ ਤੇ ਉਹ ਫਿਰ ਮਾਤਾ ਸੁਲੱਖਣੀ ਜੀ ਨੂੰ ਦੇ ਦਿੱਤੇ ਗਏ ਆ ਤੇ ਅੱਧੇ ਪੈਸੇ ਫਕੀਰਾਂ ਵਿੱਚ ਵੰਡ ਦਿੱਤੇ ਗਏ ਆ। ਫਿਰ ਥੋੜ੍ਹੀ ਸ਼ਾਂਤੀ ਉਹਨਾਂ ਨੂੰ ਮਹਿਸੂਸ ਹੋਈ ਆ, ਮੂਲ ਚੰਦ ਤੇ ਚੰਦੋ ਰਾਣੀ ਨੂੰ, ਕਿ ਚਲੋ ਅੱਧੇ ਪੈਸੇ ਤਾਂ ਦਿੱਤੇ ਨਾ। ਇਸ ਤਰ੍ਹਾਂ ਫਿਰ ਉਹ ਕਹਿਣ ਲੱਗੇ, ਅਸੀਂ ਆਪਣੀ ਬੇਟੀ ਜਿਹੜੀ ਆ ਮਾਤਾ ਸੁਲੱਖਣੀ ਜੀ ਨੂੰ ਲੈ ਕੇ ਜਾਣਾ ਆਪਦੇ ਪਿੰਡ, ਇੱਥੇ ਨਹੀਂ ਰਹਿਣ ਦੇਣਾ, ਤੇ ਦੋਨਾਂ ਹੀ ਆਪਣੇ ਦੋਹਤਿਆਂ ਨੂੰ ਵੀ ਲੈ ਜਾਣਾ। ਬੇਬੇ ਨਾਨਕੀ ਜੀ ਨੇ ਆਖਿਆ, ਇਵੇਂ ਨਾ ਕਰੋ, ਤੁਸੀਂ ਇਹਨਾਂ ਨੂੰ ਇੱਥੇ ਹੀ ਰਹਿਣ ਦਿਓ। ਪਰ ਉਹ ਮੰਨੇ ਨਹੀਂ, ਬਾਰ-ਬਾਰ ਬੇਨਤੀਆਂ ਤੇ ਫਿਰ ਕਹਿੰਦੇ ਚਲੋ ਬਾਬਾ ਸ਼੍ਰੀ ਚੰਦ ਜੀ ਨੂੰ, ਭਾਵ ਸ਼੍ਰੀ ਚੰਦ ਜੀ ਜੋ 2 ਸਾਲ ਦੇ ਸੀ, ਉਹਨਾਂ ਨੂੰ ਇੱਥੇ ਰਹਿਣ ਦਿੰਦੇ ਆ, ਤੇ ਜਿਹੜਾ ਛੋਟਾ ਪੁੱਤਰ ਆ, ਛੋਟਾ ਦੋਹਤਾ ਹੈ, ਉਹਨੂੰ ਨਾਲ ਹੀ ਲੈ ਜਾਵਾਂਗੇ ਆਪਣੀ ਧੀ ਦੇ। ਤਾਂ ਮਾਤਾ ਸੁਲੱਖਣੀ ਜੀ ਨੂੰ ਆਖਿਆ, ਤੁਸੀਂ ਤਿਆਰ ਹੋਵੋ ਤੇ ਇਸ ਤਰ੍ਹਾਂ ਲਖਮੀ ਦਾਸ ਨੂੰ ਤਿਆਰ ਕਰੋ ਤੇ ਆਪਾਂ ਹੁਣ ਚਲੇ ਹੀ ਜਾਣਾ ਆਪਣੇ ਪਿੰਡ, ਇੱਥੇ ਨਹੀਂ ਰਹਿਣ ਦੇਣਾ ਤੁਹਾਨੂੰ। ਬੇਬੇ ਨਾਨਕੀ ਜੀ ਬਹੁਤ ਮਿੰਨਤਾਂ ਕਰ ਰਹੇ ਆ ਵੀ ਨਹੀਂ, ਜੋ ਵੀ ਚਾਹੀਦਾ ਹੋਊਗਾ ਮੈਂ ਉਪਲਬਧ ਕਰਵਾਵਾਂਗੀ। ਇਸ ਤਰ੍ਹਾਂ ਫਿਰ ਉਹ ਕਹਿਣ ਲੱਗੇ, ਮੈਂ ਸਭ ਕੁਝ ਇਹਨਾਂ ਦੀਆਂ ਇੱਛਾਵਾਂ ਪੂਰੀਆਂ ਕਰਾਂਗੀ, ਤੁਸੀਂ ਇੱਦਾਂ ਨਾ ਕਰੋ। ਤਾਂ ਉਸ ਦਿਨ ਉਹ ਗੁੱਸੇ ਵਿੱਚ ਸੀ, ਕ੍ਰੋਧ ਵਿੱਚ ਸੀ, ਤੇ ਬਾਬੇ ਨਾਨਕ ਜੀ ਨੇ ਫਿਰ ਉਹਨਾਂ ਨੂੰ ਇੱਕ ਸ਼ਬਦ ਸਰਵਣ ਕਰਵਾਇਆ ਉੱਥੇ, ਜਿਹੜਾ ਬਹੁਤ ਹੀ ਡੂੰਘਾ ਸ਼ਬਦ ਆ, ਬਹੁਤ ਜ਼ਿਆਦਾ। ਮਹਾਰਾਜ ਨੇ ਮਾਰੂ ਰਾਗ ਵਿੱਚ ਇਹ ਉਚਾਰਿਆ ਵਾ। ਕਹਿਣ ਲੱਗੇ, ਆਪਣੇ ਸੱਸ ਤੇ ਸਹੁਰਾ ਜੀ ਜਿਹੜੇ ਕਹਿ ਰਹੇ ਸੀ ਤੂੰ ਘਰ ਦੀ ਫਿਕਰ ਨਹੀਂ ਕਰਦਾ, ਸਭ ਕੁਝ ਇਹ ਕਰਨਾ ਜ਼ਰੂਰੀ ਹੈ। ਫਿਰ ਉਹਨਾਂ ਨੂੰ ਕਿਹਾ, ਤੁਸੀਂ ਸ਼ਬਦ ਸਰਵਣ ਕਰੋ, ਮਿਲ ਮਾਤ ਪਿਤਾ ਪਿੰਡ ਕਮਾਇਆ। ਆਪਦੇ ਸੱਸ ਤੇ ਸਹੁਰਾ ਜੀ ਲਈ ਇਹ ਸ਼ਬਦ ਸੀਗਾ, ਮਿਲ ਮਾਤ ਪਿਤਾ ਪਿੰਡ ਕਮਾਇਆ। ਪਿੰਡ ਕਹਿੰਦੇ ਆ ਸਰੀਰ ਨੂੰ, ਮਾਤਾ ਪਿਤਾ ਦੇ ਸੰਜੋਗ ਦੇ ਨਾਲ ਦੇਹ ਮਿਲਦੀ ਆ, ਸਰੀਰ ਬਣਦਾ ਹੈ। ਤਿੰਨ ਕਰਤੈ ਲੇਖ ਲਿਖਾਇਆ, ਜਿਹੜਾ ਕਰਤਾ ਪੁਰਖ ਆ ਵਾਹਿਗੁਰੂ ਆ, ਮੂਲ ਚੰਦ ਜੀ ਨੂੰ ਸਮਝਾਇਆ, ਚੰਦੋ ਰਾਣੀ ਜੀ ਨੂੰ ਸਮਝਾਇਆ ਕਿ ਵਾਹਿਗੁਰੂ ਨੇ ਇਹ ਲੇਖ ਬੰਦੇ ਦੇ ਮੱਥੇ ਤੇ ਲਿਖੇ ਹੁੰਦੇ ਆ। ਲਿਖ ਦਾਤ ਜੋਤ ਵਡਿਆਈ, ਇਹ ਲੇਖ ਲਿਖੇ ਹੁੰਦੇ ਆ ਕਿ ਤੂੰ ਦੁਨੀਆ ਤੇ ਜਾ ਤੇ ਚੰਗੇ ਕਰਮ ਕਰ, ਸ਼ੁਭ ਅਮਲ ਕਰ। ਕਰਮ ਕਰ, ਸ਼ੁਭ ਅਮਲ ਕੀ ਆ? ਬੰਦਗੀ ਕਰਨੀ ਸ਼ੁਭ ਅਮਲ ਆ, ਸ਼ੁਭ ਕਰਮ ਆ। ਬੰਦਗੀ ਕਰਨੀ, ਇਬਾਦਤ ਕਰਨੀ, ਇੱਕ ਚੰਗਾ ਕਰਮ ਆ, ਉਹ ਕਰਨਾ ਚਾਹੀਦਾ। ਲਿਖ ਦਾਤ ਜੋਤ ਵਡਿਆਈ, ਜੇ ਤੈਨੂੰ ਪਿੰਡਾ ਮਿਲ ਗਿਆ, ਸਰੀਰ ਮਿਲ ਗਿਆ, ਸਵਾਸ ਮਿਲ ਗਏ, ਫਿਰ ਤੂੰ ਹੁਣ ਰੱਬ ਨੂੰ ਯਾਦ ਕਰ, ਉਹਦੀ ਸੋਭਾ ਕਰ, ਉਹਦੀ ਵਡਿਆਈ ਕਰ, ਜਿਹਦੇ ਕਰਕੇ ਤੈਨੂੰ ਸਭ ਕੁਝ ਮਿਲਿਆ। ਪਰ ਉਹ ਕਹਿਣ ਲੱਗੇ, ਮਿਲ ਮਾਇਆ ਸੁਰਤ ਗਵਾਈ। ਆਪਣੇ ਸੱਸ ਤੇ ਸਹੁਰਾ ਜੀ ਨੂੰ ਸਮਝਾ ਰਹੇ ਗੁਰੂ ਨਾਨਕ ਜੀ, ਜਿਹੜੇ ਬਹੁਤ ਰੋਸ ਕਰ ਰਹੇ ਆ। ਕਹਿੰਦੇ ਮਾਇਆ ਦੇ ਵਿੱਚ ਆ ਕੇ ਉਹ ਚੀਜ਼, ਹਰ ਸ਼ੈ ਜਿਹੜੀ ਬੰਦੇ ਨੂੰ ਹੰਕਾਰ ਵਿੱਚ ਲੈ ਕੇ ਆਉਂਦੀ, ਮਾਇਆ ਹੀ ਆ। ਮਾਇਆ ਸੁਰਤ ਗਵਾਈ, ਮਾਇਆ ਜਿਹੜੀ ਬੰਦੇ ਦੀ ਸੁਰਤ ਨੂੰ ਤੋੜ ਕੇ ਰੱਖ ਦਿੰਦੀ ਆ। ਮੂਰਖ ਮਨ ਕਾਹੇ ਕਰਸੈ ਮਾਣਾ, ਹੇ ਮੂਰਖ ਮਨਾ, ਤੂੰ ਕਿਸ ਗੱਲ ਦਾ ਗੁਮਾਨ ਕਰ ਰਿਹਾ, ਕਿਸ ਗੱਲ ਦਾ ਤੈਨੂੰ ਮਾਣ ਹੈ? ਉੱਠ ਚੱਲਣਾ ਖਸਮੈ ਭਾਣਾ। ਉਹ ਕਹਿ ਰਹੇ ਆ ਵੀ ਤੇਰੀ ਮਰਜ਼ੀ ਨਹੀਂ ਪੁੱਛੀ ਗਈ ਸੰਸਾਰ ਤੇ ਭੇਜਣ ਸਮੇਂ, ਤੇਰੀ ਮਰਜ਼ੀ ਨਹੀਂ ਪੁੱਛੀ ਜਾਵੇਗੀ ਤੈਨੂੰ ਲਿਜਾਣ ਸਮੇਂ। ਤੈਨੂੰ ਜਾਣਾ ਪਵੇਗਾ ਜਦੋਂ ਆਵਾਜ਼ ਆਵੇਗੀ,
ਤੈਨੂੰ ਆਉਣਾ ਪਿਆ ਜਦੋਂ ਭੇਜਿਆ ਗਿਆ, ਤੇਰੀ ਵਿੱਚ ਕੋਈ ਮਰਜ਼ੀ ਨਹੀਂ ਚੱਲੀ, ਤਾਂ ਤੂੰ ਕਾਹਦਾ ਮਾਣ ਕਰ ਰਿਹਾ ਜਦੋਂ ਏਡੀ ਵੱਡੀ ਚੀਜ਼ ਤੇਰੇ ਹੱਥ 'ਚ ਨਹੀਂ। ਜਨਮ ਤੇ ਮਰਨ ਕਾਹਦਾ ਗੁਮਾਨ, ਤਜ ਸਾਧ ਸਹਿਜ ਸੁਖ ਹੋਈ, ਕਰ ਛੱਡਣੇ ਰਹਿ ਨਾ ਕੋਈ। ਇਸ ਕਰਕੇ ਇਨਸਾਨ ਬਹੁਤ ਕੁਝ ਇਸ ਦੁਨੀਆ ਦੇ ਉੱਪਰ ਕੌਡੀ ਕੌਡੀ ਜੋਰ ਕੈ ਜੋਰੇ ਲੱਖ ਕਰੋੜ, ਬਹੁਤ ਕੁਝ ਕਰਦਾ ਹੈ, ਬਹੁਤ ਹੁਕਮ ਚਲਾਉਂਦਾ ਹੈ, ਪਰ ਘਰ ਛੱਡਣੇ ਪੈਂਦੇ ਆ, ਰਹਿ ਨਾ ਕੋਈ। ਤਾਂ ਮੂਲ ਚੰਦ ਜੀ ਨੂੰ ਕਿਹਾ ਵੀ ਇੱਥੇ ਕੋਈ ਨਹੀਂ ਰਹਿੰਦਾ ਹੈ ਸਦਾ ਵਾਸਤੇ, ਥੋੜ੍ਹੇ ਸਮੇਂ ਲਈ ਅਸੀਂ ਇਕੱਠੇ ਹੁੰਦੇ ਹਾਂ, ਫਿਰ ਜਾਣਾ ਪੈਂਦਾ। ਕਿਛ ਖਾਜੈ ਕਿਛ ਤਰ ਜਾਈਏ, ਬੰਦਾ ਕਹਿੰਦਾ ਕੁਝ ਖਾ ਲਾਂ ਕੁਝ ਜੋੜ ਲਾਂ। ਕਿਛ ਖਾਜੈ, ਕੁਛ ਮੈਂ ਖਾ ਲਵਾਂ ਹੰਢਾ ਲਵਾਂ, ਕਿਛ ਧਰ ਜਾਈਏ, ਕਹਿੰਦਾ ਕੁਝ ਜੋੜ ਕੇ ਰੱਖਦਾ। ਇੱਕ ਕਿਤਾਬ ਮੈਂ ਪੜ੍ਹ ਰਿਹਾ ਸੀ, ਬੜੀ ਉਹਦੇ ਵਿੱਚ ਹਾਸੇ ਵਾਲੀ ਗੱਲ ਵੀ ਆ ਅਤੇ ਹੈ ਬੜੀ ਕੀਮਤੀ ਆ। ਕਹਿੰਦੇ ਕਈ ਇੰਨੇ ਪੈਸੇ ਜੋੜਨਾ ਚਾਹੁੰਦੇ ਆ ਵੀ ਮੇਰੀਆਂ 7 ਪੀੜ੍ਹੀਆਂ ਬੈਠ ਕੇ ਖਾ ਲੈਣ, ਇੰਨਾ ਲਾਲਚ ਆ। ਕਹਿੰਦੇ 8ਵੀਂ ਪੀੜ੍ਹੀ ਦੀ ਕੋਈ ਫਿਕਰ ਨਹੀਂ ਕਰਦਾ, ਇੰਨਾ ਬੰਦੇ ਵਿੱਚ ਲਾਲਚ ਆ ਵੀ 7 ਪੀੜ੍ਹੀਆਂ ਲਈ ਉਹ ਜੋੜ ਕੇ ਜਾਣਾ ਚਾਹੁੰਦਾ, ਵੀ ਉਹਨਾਂ ਨੂੰ ਕੰਮ ਨਾ ਕਰਨਾ ਪਵੇ, ਅਤੇ 8ਵੀਂ ਪੀੜ੍ਹੀ ਬਾਰੇ ਸੋਚਦੇ ਨਹੀਂ। ਭਾਵ ਕਿ ਤਾਂ ਪਤਾ ਨਹੀਂ ਬੰਦੇ ਦਾ। ਕਿਛ ਖਾਜੈ ਕਿਛ ਧਰ ਜਾਈਏ, ਕਿਛ ਖਾਜੈ, ਬੰਦਾ ਕਹਿੰਦਾ ਕੁਝ ਖਾ ਲਵਾਂ, ਕਿਛ ਧਰ ਜਾਈਏ, ਕੁਝ ਪਿੱਛੇ ਛੱਡ ਜਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੱਡੀ ਮੂਰਖਤਾ ਹੈ ਜੇ ਬਹੁੜ ਦੁਨੀਆ ਆਈ ਹੈ, ਜੇ ਤਾਂ ਤੂੰ ਵਾਪਸ ਆਉਣਾ ਹੋਵੇ ਫਿਰ ਤਾਂ ਤੂੰ ਜੋੜ ਕੇ ਜਾ ਨਾ, ਬਹੁਤ ਜੋੜ ਕੇ ਜਾ ਵੀ ਮੈਂ ਮੁੜ ਕੇ ਆਊਂਗਾ ਅਤੇ ਮੁੜ ਕੇ ਵੰਡ ਕੇ ਛਕੂੰਗਾ, ਪਰ ਤੂੰ ਤਾਂ ਆਉਣਾ ਨਹੀਂ। ਸਭ ਕਾਇਆ ਪੱਟ ਹੰਢਾਏ, ਪਿੰਡਾ ਜਿਹੜਾ ਹੈ ਮੂਲ ਚੰਦ ਜੀ ਨੂੰ ਆਖਿਆ ਬਹੁਤ ਤਰ੍ਹਾਂ ਦੇ ਕੱਪੜੇ ਪਾਉਂਦਾ, ਰੇਸ਼ਮ ਦੇ ਪਾਉਂਦਾ, ਸੂਤੀ ਕੱਪੜੇ ਪਾਉਂਦੇ ਆ, ਤਰ੍ਹਾਂ ਤਰ੍ਹਾਂ ਦੇ ਬ੍ਰੈਂਡ ਆ, ਜਿਵੇਂ ਬਹੁਤ ਤਰ੍ਹਾਂ ਦੇ ਆਪਾਂ ਕੱਪੜੇ ਪਾਉਂਦੇ ਆ, ਤਰ੍ਹਾਂ ਤਰ੍ਹਾਂ ਦੇ ਬਹੁਤ ਹੰਢਾਉਂਦੇ ਆ। ਇਸ ਤਰ੍ਹਾਂ ਵੱਖ ਵੱਖ ਚੀਜ਼ਾਂ ਨੇ, ਫਰਮਾਇਸ਼ ਬਹੁਤ ਚਲਾਏ, ਬਹੁਤ ਤਰ੍ਹਾਂ ਦੀਆਂ ਫਰਮਾਇਸ਼ਾਂ ਕਰਦਾ। ਬਚਪਨ 'ਚ ਬੰਦਾ ਇਹ ਮੈਨੂੰ ਚਾਹੀਦਾ, ਜਵਾਨੀ ਵਿੱਚ ਇਹ ਮੈਨੂੰ ਚਾਹੀਦਾ, ਬੁਢੇਪੇ ਵਿੱਚ ਹੋਰ ਤਰ੍ਹਾਂ ਦੀਆਂ ਫਰਮਾਇਸ਼ਾਂ। ਫਰਮਾਇਸ਼ ਬਹੁਤ ਚਲਾਏ, ਬਹੁਤ ਫਰਮਾਇਸ਼ਾਂ ਨੇ। ਕਰ ਸੇਜ ਸਖਾਲੀ ਸੋਵੈ, ਜਿਹੜੀ ਸੇਜਾ ਜਿੱਤੇ ਪੈਂਦਾ ਰਾਤ ਨੂੰ ਉਹ ਵੀ ਬੜੀ ਸੋਹਣੀ ਹੁੰਦੀ ਆ। ਹੱਥੀ ਪਾਉਂਦੀ ਕਾਹੇ ਰੋਵੈ, ਪਰ ਜਦੋਂ ਉਹ ਆ ਕੇ ਮੌਤ ਦੇ ਫਰਿਸ਼ਤੇ ਹੱਥ ਪਾਉਂਦੇ ਆ, ਹੱਥੀਂ ਪਾਉਂਦੀ ਕਾਹੇ ਰੋਵੈ। ਫੇਰ ਮੂਲ ਚੰਦ ਜੀ ਬੰਦਾ ਕਿਉਂ ਰੋਂਦਾ ਹੈ, ਤਾਂ ਉਹਨਾਂ ਨੂੰ ਪੁੱਛਿਆ ਵੀ ਇੰਨਾ ਕੁਝ ਕਰਕੇ ਬੰਦਾ ਰੋਂਦਾ ਕਿਉਂ ਆ, ਦੱਸੋ। ਤਾਂ ਉਹਨਾਂ ਨੂੰ ਜਵਾਬ ਨਹੀਂ ਆਇਆ ਵੀ ਕੀ ਇਹੀ ਜ਼ਿੰਦਗੀ ਆ ਜੋ ਤੁਸੀਂ ਕਹਿ ਰਹੇ ਹੋ। ਘਰ ਘੁੰਮਣ ਵਾਣੀ ਭਾਈ, ਆਪਾਂ ਕਹਿੰਦੇ ਕਬੀਲਦਾਰੀ ਬਹੁਤ ਔਖੀ ਹੈ, ਇੱਥੇ ਗੁਰੂ ਨਾਨਕ ਸਾਹਿਬ ਨੇ ਦੱਸਿਆ ਹੈ ਘਰ ਘੁੰਮਣ ਵਾਣੀ ਭਾਈ। ਵਾਕਈ ਕਹਿੰਦੇ ਜਿਹੜਾ ਘਰ ਆ, ਘਰ ਚਲਾਉਣਾ ਉਹ ਘੁੰਮਣ ਘੇਰੀਆਂ ਦੇ ਵਾਂਗ ਹੁੰਦਾ ਹੈ। ਬੰਦਾ ਘਰ ਲਈ ਬਹੁਤ ਕੁਝ ਕਰਦਾ, ਉਹ ਘੁੰਮਣ ਘੇਰੀ ਹੁੰਦੀ ਹੈ ਇੱਕ। ਕਈ ਵਾਰ ਉਹਦੇ ਵਿੱਚ ਇੰਨਾ ਵਹਿ ਜਾਂਦਾ, ਵਹਿਣਾ ਵਿੱਚ, ਲਹਿਰਾਂ ਵਿੱਚ ਉਹ ਤੋਂ ਨਿਕਲਿਆ ਨਹੀਂ ਜਾਂਦਾ। ਘਰ ਘੁੰਮਣ ਵਾਣੀ ਭਾਈ, ਅਤੇ ਘਰ ਦੀ ਖਾਤਰ ਬੰਦਾ ਮਾਤਾ ਜੀ ਪਿਤਾ ਜੀ ਉਹਨਾਂ ਨੂੰ ਸਮਝਾਇਆ, ਸੱਸ ਅਤੇ ਸਹੁਰਾ ਜੀ ਨੂੰ ਬਾਬਾ ਨਾਨਕ ਜੀ ਨੇ, ਪਾਪ ਪੱਥਰ ਤਰਨ ਨਾ ਜਾਈ। ਬੰਦਾ ਕਈ ਵਾਰ ਘਰ ਦੀ ਖਾਤਰ, ਘਰ ਜੋੜਨ ਦੀ ਖਾਤਰ ਇੰਨੇ ਪਾਪ ਕਮਾਉਂਦਾ, ਉਹਦਾ ਦਿਲ ਪੱਥਰ ਬਣ ਜਾਂਦਾ। ਪਾਪ ਪੱਥਰ, ਜਦੋਂ ਪੱਥਰ ਬਣ ਗਿਆ ਤੇ ਉਹਦਾ ਭਾਰ ਵੱਧ ਜਾਏਗਾ। ਇਸ ਕਰਕੇ ਕਿਹਾ ਜਾਂਦਾ ਵੀ ਰੱਬ ਨੇ ਫੁੱਲ ਬਣਾ ਕੇ ਚੰਗਾ ਇਹ ਕੀਤਾ, ਇਹਨਾਂ ਵਿੱਚ ਹਉਮੈ ਨਹੀਂ ਪਾਈ। ਰੱਬ ਨੇ ਫੁੱਲ ਬਣਾ ਕੇ ਚੰਗਾ ਇਹ ਕੀਤਾ, ਹੌਲੇ ਆ ਇਹ, ਭਾਰ ਨਹੀਂ ਇਹਨਾਂ ਦਾ ਕੋਈ ਜ਼ਿਆਦਾ, ਇਹਨਾਂ 'ਚ ਹਉਮੈ ਨਹੀਂ ਪਾਈ। ਬੰਦੇ ਨੂੰ ਬਣਾਇਆ, ਉਹਦੇ ਵਿੱਚ ਹਉਮੈ ਵੀ ਪਾਈ ਆ, ਉਹਨੇ ਹੀ ਪਾਈ ਆ ਮਾਇਆ। ਕਰ ਘੁੰਮਣ ਵਾਣੀ ਭਾਈ, ਕਬੀਲਦਾਰੀ ਵਿੱਚ ਕਈ ਵਾਰ ਘੁੰਮਣ ਘੇਰੀਆਂ ਬਹੁਤ ਆ, ਬਹੁਤ ਕੁਝ ਕਰਨਾ ਪੈਂਦਾ। ਅਤੇ ਪਾਪ ਪੱਥਰ ਤਰਨ ਨਾ ਜਾਈ, ਪਾਪ ਕਮਾਉਂਦਿਆਂ ਬੰਦੇ ਦਾ ਮਨ ਪੱਥਰ ਬਣ ਜਾਂਦਾ, ਪੱਥਰ ਤਰ ਨਹੀਂ ਸਕਦਾ। ਹੁਣ ਤਾਂ ਇੱਥੇ ਅੜਚਣ ਹੁੰਦੀ ਹੈ। ਘਰ ਇੱਥੇ ਆ ਕੇ, ਸੰਸਾਰ 'ਚ ਆ ਕੇ, ਸਰੀਰ ਲੈ ਕੇ, ਕੱਪੜੇ ਪਾ ਕੇ, ਭੋਜਨ ਖਾ ਕੇ, ਸੋਹਣੀ ਸੇਜਾ 'ਤੇ ਸੌਂ ਕੇ, ਜੋ ਆਪਾਂ ਕਹਿੰਦੇ ਆ 8 ਪੀੜ੍ਹੀਆਂ ਲਈ ਜੋੜ ਜੀਏ ਪਿੱਛੇ, ਇਹ ਚੜਚਣ, ਇਹ ਤ੍ਰਿਸ਼ਨਾ ਚੜਚਣ, ਇਹ ਤਮਾ ਚੜਚਣ,
ਇਹ ਘੁੰਮਣ ਘੇਰੀ ਆ, ਇਹ ਮੋਹ ਦਾ ਜੰਜਾਲ ਆ। ਤਾਂ ਉਹਦੇ ਕਰਕੇ ਮਨ ਪੱਥਰ ਬਣ ਗਿਆ। ਪਰ ਉਹ ਕਹਿੰਦੇ ਫਿਰ ਤਰਿਆ ਕਿਵੇਂ ਜਾਵੇਗਾ। ਅਖੀਰਲੀਆਂ ਪੰਕਤੀਆਂ ਵਿੱਚ ਕਹਿੰਦੇ ਆ, ਭਉ ਬੇੜਾ ਜਿਉ ਚੜਾਊ। ਇਹ ਘੁੰਮਣ ਘੇਰੀਆਂ ਜਿਹੜੀਆਂ ਨੇ, ਲਹਿਰਾਂ ਜਿਹੜੀਆਂ ਨੇ, ਕਿਵੇਂ ਇਹਦੇ ਵਿੱਚੋਂ ਤਰਿਆ ਜਾਊਗਾ। ਜੇਕਰ ਬੰਦੇ ਕੋਲ ਗੁਰੂ ਦੇ ਡਰ ਦੀ, ਰੱਬ ਦੇ ਭੈ ਦੀ ਕਿਸ਼ਤੀ ਹੋਵੇ। ਭਉ ਬੇੜਾ, ਭਉ ਕਹਿੰਦੇ ਆ ਡਰ ਨੂੰ, ਬੇੜਾ ਕਹਿੰਦੇ ਆ ਕਿਸ਼ਤੀ ਨੂੰ। ਜੇ ਇਹ ਕਿਸ਼ਤੀ ਹੋਵੇ, ਉਹਦੇ ਵਿੱਚ ਉਹ ਸਵਾਰ ਹੋ ਜੇ, ਕਹੋ ਨਾਨਕ ਦੇਵੈ ਕਾਹੂ। ਤਾਂ ਫਿਰ ਮੂਲ ਚੰਦ ਜੀ, ਚੰਦੋ ਰਾਣੀ ਜੀ, ਗੁਰੂ ਸਾਹਿਬ ਜੀ ਦੇ ਸੱਸ ਤੇ ਸਹੁਰਾ ਜੀ, ਉਹ ਕਹਿਣ ਲੱਗੇ ਫੇਰ ਤਰਿਆ ਜਾਂਦਾ। ਪਰ ਇਹ ਕਿਸ਼ਤੀ ਹਰ ਕਿਸੇ ਨੂੰ ਨਹੀਂ ਮਿਲਦੀ। ਕਹੋ ਨਾਨਕ ਦੇਵੈ ਕਾਹੂ, ਜਿਹਨੂੰ ਉਹ ਦੇਵੇਗਾ ਇਹ ਕਿਸ਼ਤੀ ਨਾਮ ਦੀ, ਉਹਨੂੰ ਮਿਲੂਗੀ, ਦੂਜੇ ਨੂੰ ਨਹੀਂ ਮਿਲ ਸਕਦੀ। ਤਾਂ ਉਹਦਾ ਫਿਰ ਗੁੱਸੇ ਵਿੱਚ ਸੀਗੇ ਨਾ ਵੀ ਸਾਡੀ ਧੀ ਦੁਖੀ ਆ। ਉਹਨਾਂ ਦੇ ਹਿਸਾਬ ਨਾਲ ਉਹ ਸਹੀ ਆ, ਹਰ ਕੋਈ ਆਪਣੇ ਹਿਸਾਬ ਨਾਲ ਠੀਕ ਹੁੰਦਾ, ਸਾਡੇ ਹਿਸਾਬ ਨਾਲ ਕਦੇ ਕਦੇ ਕੋਈ ਠੀਕ ਹੁੰਦਾ। ਤਾਂ ਉਹਨਾਂ ਨੇ ਆਖਿਆ ਆਪਦਾ ਜੋ ਸਮਾਨ ਆ ਇਹਨਾਂ ਨੂੰ ਬੰਨ੍ਹ ਲਓ। ਬੇਬੇ ਨਾਨਕੀ ਜੀ ਕਹਿੰਦੇ ਸ਼੍ਰੀ ਚੰਦ ਨੂੰ ਮੈਂ ਜਾਣ ਨਹੀਂ ਦੇਣਾ। ਅਤੇ ਉਹਨਾਂ ਨੇ ਫਿਰ ਉਹਨਾਂ ਨੂੰ ਉੱਥੇ ਰੱਖ ਲਿਆ। ਲਖਮੀ ਦਾਸ ਜੀ ਨੂੰ ਅਤੇ ਮਾਤਾ ਸੁਲੱਖਣੀ ਜੀ ਨੂੰ ਲੈ ਕੇ ਮੂਲ ਚੰਦ ਅਤੇ ਚੰਦੋ ਰਾਣੀ ਆਪਣੇ ਪਿੰਡ ਚਲੇ ਗਏ। ਕਹਿੰਦੇ ਆਪਣੇ ਦੋਹਤੇ ਨੂੰ ਅਸੀਂ ਪਾਲਾਂਗੇ, ਹੁਣ ਇੱਥੇ ਨਹੀਂ ਰਹਿਣ ਦੇਣੀ ਆਪਣੀ ਧੀ। ਇਹ ਕਿਸੇ ਸੰਤ ਫਕੀਰ ਨਾਲ ਵਿਆਹੀ ਗਈ ਆ, ਇਹਦੀਆਂ ਆਦਤਾਂ ਸਾਨੂੰ ਪਸੰਦ ਨਹੀਂ ਹੈਗੀਆਂ। ਇਸ ਤਰ੍ਹਾਂ ਗੁੱਸਾ ਕਰਕੇ ਉਹ ਪੇਕੇ ਘਰ ਵਿੱਚ ਲੈ ਜਾਂਦੇ ਆ ਮਾਤਾ ਸੁਲੱਖਣੀ ਜੀ ਨੂੰ। ਅੱਗੇ ਜਿਵੇਂ ਗੁਰੂ ਬੁਲਾਵੇਗਾ ਤਿਵੇਂ ਸਾਂਝ ਪਾਈ ਜਾਵੇਗੀ। ਗੁਰਸਿੱਖ ਪਿਆਰਿਓ, ਬਾਬਾ ਨਾਨਕ ਜੀ ਦੀ ਸ਼ਾਨ ਬੜੀ ਉੱਚੀ ਹੈ, ਬੋਲਦਿਆਂ ਇੱਕ ਨਹੀਂ, ਬਹੁਤ ਬਹੁਤ ਭੁੱਲਾਂ ਹੋ ਗਈਆਂ ਹਨ। ਗੁਰੂ ਕੀ ਸੰਗਤ ਅਤੇ ਸਤਿਗੁਰੂ ਜੀ ਬਖਸ਼ਿੰਦ ਪਿਤਾ ਨੇ ਬਖਸ਼ ਲੈਣ। ਸਿੱਖੀ ਅਤੇ ਸਮਤ ਬਖਸ਼ਣ ਗੁਰੂ ਸਾਹਿਬ। ਆਓ ਸੰਗਤ ਜੀ ਰਲ ਕੇ ਐਸੇ ਬਾਬੇ ਨਾਨਕ ਜੀ ਦੇ ਪਿਆਰ ਵਿੱਚ ਵਾਹਿਗੁਰੂ ਜੀ ਦਾ ਸਿਮਰਨ ਕਰੀਏ, ਇੱਕ ਮਨ ਇੱਕ ਚਿੱਤ ਹੋ ਕੇ ਜੀ। ਦੇਹੋ ਸੱਜਣ ਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।